ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਅੱਜ ਇਸ ਦੇ ਸੁੰਦਰ ਦਿਨ ਦੇ ਲਈ, ਇਸ ਸੁੰਦਰ ਸਮੇਂ ਦੇ ਲਈ ਕਿ ਉਸਨੇ ਅੱਜ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਹੈ। ਉਹ ਬਹੁਤ ਮਹਾਨ ਪਰਮੇਸ਼ਵਰ ਹੈ, ਬਹੁਤ ਸਾਮਰਥੀ ਹੈ, ਬਹੁਤ ਤਾਕਤਵਰ ਹੈ। ਉਹਦੇ ਵਰਗਾ ਕੋਈ ਵੀ ਨਹੀਂ ਹੈ। ਜਿਸ ਤਰ੍ਹਾਂ ਪਰਮੇਸ਼ਵਰ ਹੈ ਉਹਦੇ ਵਰਗਾ ਕੋਈ ਨਹੀਂ ਹੈ। ਅੱਜ ਬਹੁਤ ਦਿਨਾਂ ਬਾਅਦ ਪਰਮੇਸ਼ਵਰ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਉਸਦੇ ਸੁਸਮਾਚਾਰ ਦਾ ਪ੍ਰਚਾਰ ਕਰ ਸਕਾਂ। ਮੈਂ ਦੱਸਣਾ ਚਾਹੁੰਦੀ ਹਾਂ ਕਿ ਪਿਛਲੇ ਕੁਛ ਦਿਨਾਂ ਦੇ ਵਿੱਚ, ਮਹੀਨੇ ਵਿੱਚ ਮੈਂ ਹਸਪਤਾਲ ਦੇ ਵਿੱਚ ਸੀਗੀ ਕਿਉਂਕਿ ਮੇਰੇ ਫਾਦਰ ਇਨ ਲੋ ਬਹੁਤ ਸੀਰੀਅਸ ਸੀਗੇ, ਬਹੁਤ ਬਿਮਾਰ ਸੀਗੇ ਔਰ ਉਹ ਪਿਛਲੇ ਮਹੀਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਔਰ ਮੈਂ ਪਰਮੇਸ਼ਵਰ ਨੂੰ ਪੁੱਛਦੀ ਸੀਗੀ ਕਿ ਪਰਮੇਸ਼ਵਰ ਇਹ ਦਿਨ ਸਾਡੀ ਲਾਈਫ ਦੇ ਵਿੱਚ ਕਿੱਦਾਂ ਆਏ ਔਰ ਕਿਉਂ ਆਏ। ਹੋ ਸਕਦਾ ਹੈ ਤੁਹਾਡੀ ਲਾਈਫ 'ਚ ਵੀ ਇਹੋ ਜਿਹੇ ਦਿਨ ਆਏ ਹੋਣ, ਬਟ ਮੈਂ ਇੱਥੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਾਂਗੀ। ਹਾਂ, ਪਰਮੇਸ਼ਵਰ ਦੀ ਗੱਲ ਵੀ ਅਸੀਂ ਜ਼ਰੂਰ ਕਰਾਂਗੇ, ਬਟ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ 1 ਮਹੀਨਾ ਆਪਣੀ ਲਾਈਫ ਦਾ ਕਿੱਦਾਂ ਸਪੈਂਡ ਕੀਤਾ ਜੋ ਮੈਂ ਜ਼ਿੰਦਗੀ 'ਚ ਕਦੀ ਨਹੀਂ ਸੋਚਿਆ ਸੀ। ਮੈਂ ਉਹ ਸੀਗੀ ਜੋ ਕਦੀ ਹੌਸਪੀਟਲ ਦੇ ਵਿੱਚ ਨਹੀਂ ਜਾਣਾ ਪਸੰਦ ਕਰਦੀ ਸੀ ਕਿਉਂਕਿ ਮੈਨੂੰ ਮੈਡੀਸਨ ਦੀ ਸਮੈਲ ਚੜ੍ਹਦੀ ਸੀ ਔਰ ਮੈਨੂੰ ਬਹੁਤ ਡਰ ਜਿਹਾ ਲੱਗਦਾ ਸੀਗਾ ਕਿ ਹਸਪਤਾਲ ਦੇ ਵਿੱਚ ਇੱਦਾਂ ਬਿਮਾਰ ਹੁੰਦੇ ਕਿ ਮੈਂ ਦੇਖ ਨਹੀਂ ਸਕਦੀ ਸੀ ਉੱਥੋਂ ਦੇ ਲੋਕਾਂ ਨੂੰ ਕਿ ਇੰਨੀ ਵਿਪਤਾ, ਇੰਨੀ ਬਿਮਾਰੀ, ਇੰਨੀ ਮੁਸੀਬਤ ਦੇ ਵਿੱਚ ਉਹ ਫਸੇ ਹੋਏ ਨੇ। ਲੇਕਿਨ ਲਾਈਫ ਦੇ ਵਿੱਚ ਇੱਕ ਐਸਾ ਵੀ ਮੋੜ ਆਇਆ, ਇੱਕ ਐਸਾ ਵੀ ਟਾਈਮ ਆਇਆ ਕਿ ਮੈਨੂੰ ਉੱਥੇ ਰਹਿਣਾ ਪਿਆ 1 ਮਹੀਨਾ ਆਪਣੇ ਫਾਦਰ ਇਨ ਲੋ ਦੇ ਕੋਲ, ਆਪਣੇ ਹਸਬੈਂਡ ਦੇ ਨਾਲ, ਕਿਉਂਕਿ ਉਹਨਾਂ ਦੇ ਕੋਲ ਹੋਰ ਕੋਈ ਨਹੀਂ ਸੀਗਾ। ਫਿਰ ਮੈਨੂੰ ਰਹਿਣਾ ਪਿਆ ਔਰ ਮੈਂ ਉਹ ਦਿਨ ਦੇਖੇ ਜੋ ਮੈਂ ਜ਼ਿੰਦਗੀ 'ਚ ਕਦੀ ਨਹੀਂ ਸੋਚੇ। ਔਰ ਮੈਂ ਜਦੋਂ ਪਰਮੇਸ਼ਵਰ ਦੇ ਨਾਲ ਗੱਲਬਾਤ ਕਰਦੀ ਹਾਂ, ਮੈਂ ਦੁਆ ਕਰਦੀ ਹਾਂ, ਪ੍ਰਾਰਥਨਾ ਕਰਦੀ ਹਾਂ ਤਾਂ ਮੈਂ ਪਰਮੇਸ਼ਵਰ ਨਾਲ ਗੱਲਬਾਤ ਕਰਦੀ ਹਾਂ ਅਤੇ ਮੈਂ ਸੋਚਦੀ ਸੀਗੀ ਕਿ ਲੋਕ ਕਹਿੰਦੇ ਨੇ, ਜਦੋਂ ਦੁਆਵਾਂ ਕਰਦੇ ਨੇ, ਲੋਕ ਪ੍ਰਾਰਥਨਾਵਾਂ ਕਰਦੇ ਨੇ ਕਿ ਪਰਮੇਸ਼ਵਰ ਸਾਨੂੰ ਦੁੱਖਾਂ ਤੋਂ ਬਚਾਈ, ਸਾਡੀ ਜ਼ਿੰਦਗੀ 'ਚ ਕਦੀ ਦੁੱਖ ਨਾ ਆਵੇ, ਸਾਨੂੰ ਦੁੱਖਾਂ ਤੋਂ ਬਚਾਈ। ਬਟ ਮੈਂ ਆਪਣੀ ਲਾਈਫ ਦੇ ਐਕਸਪੀਰੀਅੰਸ ਤੋਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੇ ਦੁੱਖ ਨਾ ਆਉਣਗੇ ਨਾ ਤਾਂ ਤੁਸੀਂ ਸਟਰੋਂਗ ਨਹੀਂ ਬਣ ਸਕਦੇ। ਦੁੱਖਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਔਰ ਜਦੋਂ ਤੁਹਾਡੀ ਲਾਈਫ 'ਚ ਦੁੱਖ ਆਉਣ ਤਾਂ ਤੁਸੀਂ ਖੁਸ਼ੀ ਮਨਾਓ ਕਿਉਂਕਿ ਇਹ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦੇ ਹੈ। ਆਪਾਂ ਆਪਣੀ ਬੋਡੀ ਨੂੰ ਸਟਰੋਂਗ ਕਰਨ ਦੇ ਲਈ ਐਕਸਰਸਾਈਜ਼ ਕਰਦੇ, ਯੋਗਾ ਕਰਦੇ, ਜਿਮ ਕਰਦੇ, ਬਹੁਤ ਕੁਝ ਆਪਣੀ ਬੋਡੀ ਨੂੰ ਬਣਾਉਣ ਦੇ ਲਈ ਕਰਦੇ ਹਾਂ, ਤੰਦਰੁਸਤ ਰਹਿਣ ਦੇ ਲਈ ਕਰਦੇ ਹਾਂ, ਸਹੀ ਖਾਂਦੇ ਪੀਂਦੇ ਹਾਂ। ਲੇਕਿਨ ਆਪਣੇ ਦਿਮਾਗ ਨੂੰ ਔਰ ਆਪਣੀ ਜਿਹੜੀ ਅੰਦਰੂਨੀ ਤਾਕਤ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਬਹੁਤ ਜ਼ਰੂਰੀ ਹੈ। ਔਰ ਜਦੋਂ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ ਤਾਂ ਉਹਨੇ ਇਹ ਕਹਿ ਕੇ ਕਿਸੇ ਨੂੰ ਨਹੀਂ ਬਣਾਇਆ ਕਿ ਤੇਰੀ ਲਾਈਫ 'ਚ ਦੁੱਖ ਨਹੀਂ ਆਉਣਗੇ, ਕਿਉਂਕਿ ਚਾਹੇ ਉਹ ਇਨਸਾਨ ਕਿਸੇ ਨੂੰ ਵੀ ਮੰਨਦਾ ਹੋਵੇ, ਕਿਸੇ 'ਤੇ ਵੀ ਬਿਲੀਵ ਕਰਦਾ ਹੋਵੇ, ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਹੀ ਹੈ। ਹੈਪੀਨੈਸ ਐਂਡ ਸੋਰੋ ਨਾਲ ਨਾਲ ਹੈ, ਸਕਸੈਸਫੁਲ ਔਰ ਫੇਲੀਅਰ ਨਾਲ ਨਾਲ ਹੈ। ਜੋ ਵੀ ਇਸ ਧਰਤੀ 'ਤੇ ਪੈਦਾ ਹੋਇਆ ਹੈ ਉਹਦੇ ਨਾਲ ਦੁੱਖ ਵੀ ਨੇ ਅਤੇ ਸੁੱਖ ਵੀ ਨੇ। ਚਾਹੇ ਉਹ ਕਿੰਨਾ ਵੱਡਾ ਪਾਪੀ ਕਿਉਂ ਨਾ ਹੋਏ, ਚਾਹੇ ਉਹ ਕਿੰਨਾ ਵੱਡਾ ਧਰਮੀ ਕਿਉਂ ਨਾ ਹੋਏ, ਉਹਦੀ ਜ਼ਿੰਦਗੀ ਦੇ ਵਿੱਚ ਦੁੱਖ ਔਰ ਸੁੱਖ ਇਕੱਠੇ ਨੇ। ਔਰ ਸਾਡੀ ਬਾਣੀ 'ਚ ਜੋ ਲਿਖਿਆ ਉਹ ਸੱਚ ਲਿਖਿਆ। ਉਹਨੇ ਕਿਹਾ ਮੈਂ ਸਾਹਾਂ ਨੂੰ ਦਿੰਦਾ, ਮੇਰੇ ਤੋਂ ਬਗੈਰ ਤੁਸੀਂ ਸਾਹ ਨਹੀਂ ਲੈ ਸਕਦੇ। ਜਦੋਂ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ ਤਾਂ ਉਹਨੇ ਉਹਦੀ ਨਥਨਾਂ ਦੇ ਵਿੱਚ ਆਪਣਾ ਸਵਾਸ ਫੂਕਿਆ। ਇਹ ਬਾਣੀ ਕਹਿੰਦੀ ਹੈ ਕਿ ਪਰਮੇਸ਼ਵਰ ਨੇ ਆਪਣੇ ਸਵਾਸ ਮਨੁੱਖ ਜਾਤੀ ਨੂੰ ਦੇ ਦਿੱਤੇ, ਆਪਣੇ ਸਵਾਸ ਮਨੁੱਖ ਜਾਤੀ ਨੂੰ ਦੇ ਦਿੱਤੇ, ਜਿਹਦੇ ਕਰਕੇ ਇਨਸਾਨ ਜਿੰਦਾ ਹੈ। ਅਗਰ ਮੈਂ 1 ਮਹੀਨੇ ਦੇ ਵਿੱਚ ਇਹ ਐਕਸਪੀਰੀਅੰਸ ਕੀਤਾ ਕਿ ਪਰਮੇਸ਼ਵਰ ਜਿਹਦੀ ਜ਼ਿੰਦਗੀ ਦੇ ਵਿੱਚ ਤੇਰੇ ਦਿੱਤੇ ਹੋਏ ਸਾਹ ਨਹੀਂ, ਉਹ ਇੱਕ ਕਿਸਮ ਦੀ ਡੈੱਡ ਬੋਡੀ ਹੈ ਔਰ ਉਹ ਕੁਝ ਨਹੀਂ ਹੈ, ਉਹਦੀ ਕੋਈ ਵੈਲਿਊ ਨਹੀਂ ਹੈ। ਅਗਰ ਤੁਹਾਡੀ ਲਾਈਫ ਦੇ ਵਿੱਚ ਸਾਹ ਹੈਗੇ ਨੇ ਤਾਂ ਤੁਹਾਡੀ ਵੈਲਿਊ ਹੈ, ਕਿਉਂਕਿ ਤੁਸੀਂ ਜਿੰਦਾ ਹੋ, ਚਲਦੇ ਹੋ, ਫਿਰਦੇ ਹੋ, ਖਾਂਦੇ ਹੋ। ਜੇ ਤੁਹਾਡੀ ਲਾਈਫ 'ਚ ਸਾਹ ਨਹੀਂ, ਤੁਸੀਂ ਡੈੱਡ ਬੋਡੀ ਹੋ। ਤੁਹਾਨੂੰ 1 ਦਿਨ 2 ਦਿਨ ਬਸ, ਉਸ ਤੋਂ ਬਾਅਦ ਕੋਈ ਨਹੀਂ ਤੁਹਾਡਾ। ਦੁਨੀਆ ਕਿਸ ਤਰ੍ਹਾਂ ਦੀ ਹੈ ਔਰ ਦੁਨੀਆ ਦੇ ਵਿੱਚ ਕੀ ਕੀ ਹੋ ਰਿਹਾ ਹੈ, ਜਦੋਂ ਅਸੀਂ ਦੇਖਦੇ ਹਾਂ ਨਾ ਤਾਂ ਸੋਚਦੇ ਹਾਂ ਪਰਮੇਸ਼ਵਰ ਇਹ ਦੁਨੀਆ ਤੂੰ ਕਿੱਦਾਂ ਬਣਾਈ, ਇਹ ਲੋਕ ਤੂੰ ਕਿੱਦਾਂ ਬਣਾਏ ਹੈ।
ਸਾਡੇ ਨਾਲ ਵੀ ਬਹੁਤ ਜ਼ਿਆਦਾ ਲੋਕ ਦੁਖੀ। ਅੱਜ ਸਾਨੂੰ ਆਪਣਾ ਦੁੱਖ ਬਹੁਤ ਵੱਡਾ ਲੱਗਦਾ ਹੈ ਕਿ ਅਸੀਂ ਇੱਦਾਂ ਦੁਖੀ ਹਾਂ, ਅਸੀਂ ਬਿਮਾਰ ਹਾਂ, ਅਸੀਂ ਪਰੇਸ਼ਾਨ ਹਾਂ, ਸਾਡੇ ਕੋਲ ਇਹ ਨਹੀਂ, ਸਾਡੇ ਕੋਲ ਨਹੀਂ। ਲੇਕਿਨ ਸਾਡੇ ਤੋਂ ਵੀ ਜੋ ਉੱਤੇ ਦੁਖੀ ਬੈਠੇ ਨੇ ਉਹ ਕੀ ਸੋਚਦੇ ਹੋਣਗੇ? ਹਰ ਇੱਕ ਦੀ ਲਾਈਫ ਦੇ ਵਿੱਚ, ਜ਼ਿੰਦਗੀ ਦੇ ਵਿੱਚ ਐਕਸਪੀਰੀਅੰਸ ਅਲੱਗ ਨੇ। ਮੈਂ ਬਹੁਤ ਸਾਰੀ ਵੀਡੀਓਜ਼ 'ਚ ਦੱਸਿਆ ਕਿ ਪਰਮੇਸ਼ਵਰ ਨੇ ਇਨਸਾਨ ਨੂੰ ਅਲੱਗ-ਅਲੱਗ ਤਰੀਕੇ ਨਾਲ ਬਣਾਇਆ। ਅਲੱਗ-ਅਲੱਗ ਉਹਦੀ ਜ਼ਿੰਦਗੀ 'ਚ ਐਕਸਪੀਰੀਅੰਸ ਹੈ, ਅਲੱਗ-ਅਲੱਗ ਘਟਨਾਵਾਂ, ਅਲੱਗ-ਅਲੱਗ ਗਵਾਈਆਂ, ਅਲੱਗ-ਅਲੱਗ ਦੁੱਖ, ਅਲੱਗ-ਅਲੱਗ ਮੁਸੀਬਤ, ਅਲੱਗ-ਅਲੱਗ ਖੁਸ਼ੀਆਂ ਨੇ। ਹੋ ਸਕਦਾ ਹੈ ਉਹ ਐਕਸਪੀਰੀਅੰਸ ਤੁਸੀਂ ਨਾ ਕਦੀ ਆਪਣੀ ਜ਼ਿੰਦਗੀ 'ਚ ਕੀਤਾ ਹੋਵੇ ਜੋ ਮੈਂ ਕੀਤਾ, ਜੋ ਮੈਂ ਕੀਤਾ ਉਹ ਤੁਸੀਂ ਨਾ ਕੀਤਾ ਹੋਵੇ। ਜੋ ਗਰੀਬੀ, ਜੋ ਦੁੱਖ, ਜੋ ਬਿਮਾਰੀ ਅਸੀਂ ਦੇਖੀ ਆਪਣੀ ਜ਼ਿੰਦਗੀ 'ਚ ਐਕਸਪੀਰੀਅੰਸ, ਉਹ ਕਿਸੇ ਹੋਰ ਨੇ ਸ਼ਾਇਦ ਨਾ ਦੇਖੀ ਹੋਵੇ। ਲੇਕਿਨ ਪਰਮੇਸ਼ਵਰ ਨੂੰ ਮੈਂ ਕਹਿੰਦੀ ਅੱਜ ਲੋਕ ਡਰਨ ਉਸ ਪਰਮਾਤਮਾ ਦੇ ਕੋਲੋਂ, ਉਸ ਪਰਮੇਸ਼ਵਰ ਦੇ ਕੋਲੋਂ, ਉਸ ਜਿੰਦੇ ਯਹੋਵਾ ਦੇ ਕੋਲੋਂ, ਕਿਉਂਕਿ ਉਹਦੇ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। ਮੈਂ ਪਿਛਲੀ ਵੀਡੀਓਜ਼ ਦੇ ਵਿੱਚ ਦੱਸਿਆ ਸੀਗਾ ਕਿ ਜਿਹੜੀ ਆਕਸੀਜਨ ਅਸੀਂ ਲੈ ਰਹੇ ਹਾਂ ਨਾ, ਇਹ ਫ੍ਰੀ ਦੀ ਲੈ ਰਹੇ ਹਾਂ ਤਾਂ ਬਹੁਤ ਵਧੀਆ ਗੱਲ ਹੈ। ਜਦੋਂ ਇਹ ਮੁੱਲ ਦੀ ਲੈਣੀ ਪੈ ਗਈ ਨਾ ਤਾਂ ਬਹੁਤ ਔਖਾ ਹੋ ਜਾਣਾ ਇਨਸਾਨ ਨੂੰ ਬਚਾਉਣਾ। ਔਰ ਮੈਂ ਐਕਸਪੀਰੀਅੰਸ ਕਰ ਚੁੱਕੀ ਇਸ ਗੱਲ ਦਾ। ਜਿਹੜੀ ਫ੍ਰੀ ਦੀ ਆਕਸੀਜਨ ਦੇ ਰਿਹਾ ਨਾ ਪਰਮੇਸ਼ਰ, ਉਹਦੀ ਅਸੀਂ ਵੈਲਿਊ ਨੂੰ ਜਾਣੀਏ, ਉਹਦੀ ਕਦਰ ਕਰੀਏ, ਉਹਦਾ ਕਿਤੇ ਨਾ ਕਿਤੇ ਦਿਨ 'ਚ ਇੱਕ ਵਾਰੀ ਧੰਨਵਾਦ ਕਰੀਏ ਕਿ ਪਰਮੇਸ਼ਵਰ ਅੱਜ ਦੇ ਇਹਨਾਂ ਸਾਹਾਂ ਦੇ ਲਈ ਤੇਰਾ ਧੰਨਵਾਦ, ਅੱਜ ਦੇ ਇਸ ਦਿਨ ਦੇ ਲਈ ਤੇਰਾ ਧੰਨਵਾਦ। ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਅੱਜ ਇਸ ਸਾਹਾਂ ਨੂੰ ਨਹੀਂ ਲੈ ਸਕੇ, ਜੋ ਅੱਜ ਇਸ ਦਿਨ ਨੂੰ ਨਹੀਂ ਦੇਖ ਸਕੇ, ਜੋ ਅੱਜ ਇਸ ਜੋ ਆਨੰਦ ਅਸੀਂ ਮਾਣ ਰਹੇ ਹਾਂ ਖਾ ਪੀ ਕੇ, ਚੱਲ ਫਿਰ ਕੇ, ਉਹ ਨਹੀਂ ਮਾਣ ਸਕੇ। ਜ਼ਿੰਦਗੀ ਕੀ ਹੈ? ਇੱਕ ਧੂੜ ਮਿੱਟੀ ਦੀ ਤਰ੍ਹਾਂ ਇਹ ਖਤਮ ਹੋ ਜਾਣੀ ਹੈ। ਅਗਰ ਪਰਮੇਸ਼ਰ ਨੇ ਤੁਹਾਨੂੰ ਮਿੱਟੀ ਤੋਂ ਬਣਾਇਆ, ਡਸਟ ਤੋਂ, ਧੂੜ ਤੋਂ ਬਣਾਇਆ, ਬਾਣੀ ਕਹਿੰਦੀ ਹੈ, ਤਾਂ ਤੁਸੀਂ ਐਂਡ ਵਿੱਚ ਵੀ ਮਿੱਟੀ ਵਿੱਚ ਹੀ ਮਿਲ ਜਾਣਾ ਹੈ। ਚਾਹੇ ਕੋਈ ਜਿਹੜੇ ਨਹੀਂ ਦਫਨਾਉਂਦੇ, ਚਾਹੇ ਕੋਈ ਅੱਗ ਲਾਉਂਦੇ ਜਾਂ ਦਫਨਾਉਂਦੇ, ਜਿੱਦਾਂ ਮਰਜ਼ੀ ਤੁਸੀਂ ਐਂਡ ਕਰ ਦਿਓ ਬੰਦੇ ਦਾ, ਲੇਕਿਨ ਉਹਨੇ ਲਾਸਟ ਦੇ ਵਿੱਚ ਮਿੱਟੀ ਵਿੱਚ ਹੀ ਮਿਲਣਾ ਹੈ। ਇਹ ਬਾਣੀ ਕਹਿੰਦੀ ਹੈ। ਪਰਮੇਸ਼ਰ ਕਹਿੰਦਾ ਜਦੋਂ ਮੈਂ ਆਦਮ ਨੂੰ ਬਣਾਇਆ ਤਾਂ ਉਹਦੇ ਵਿੱਚ ਆਪਣੇ ਕੀ ਫੂਕੇ? ਸਾਹ ਫੂਕੇ, ਤਾਂ ਕਿ ਉਹ ਇੱਕ ਜੀਵਤ ਪ੍ਰਾਣੀ ਬਣ ਜਾਏ। ਅੱਜ ਡੈਡ ਬੋਡੀ ਦੇ ਅੰਦਰ, ਜਿਹਦੇ ਅੰਦਰ ਸਾਹ ਨਹੀਂ ਹੈ ਨਾ ਪਰਮੇਸ਼ਵਰ ਦੇ, ਉਹ ਜੀਵਤ ਨਹੀਂ ਹੈ, ਉਹ ਡੈਡ ਬੋਡੀ ਹੈ ਔਰ ਉਹਦੀ ਕੋਈ ਵੈਲਿਊ ਨਹੀਂ ਹੈ। ਦੱਸੋ ਕੌਣ ਰੱਖਦਾ? ਅਗਰ ਜ਼ਿੰਦਾ ਹਾਂ ਤਾਂ ਅਸੀਂ ਕਿਤੇ ਵੀ ਰਹਿ ਸਕਦੇ ਹਾਂ, ਇਕੱਲੇ ਵੀ ਰਹਿ ਸਕਦੇ ਹਾਂ, ਫੈਮਿਲੀ 'ਚ ਵੀ ਰਹਿ ਸਕਦੇ, ਰਿਸ਼ਤੇਦਾਰ 'ਚ ਵੀ ਰਹਿ ਸਕਦੇ। ਜਦੋਂ ਮਰ ਜਾਣਾ ਤਾਂ ਉਦੋਂ ਕਿੱਥੇ ਵੀ ਨਹੀਂ ਅਸੀਂ ਰਹਿ ਸਕਦੇ। ਕਿੱਥੇ ਜਾਣਾ? ਅਸੀਂ ਮਿੱਟੀ 'ਚ ਚਲੇ ਜਾਣਾ। ਮਿੱਟੀ 'ਚੋਂ ਨਿਕਲੇ ਹਾਂ, ਮਿੱਟੀ 'ਚ ਹੀ ਚਲੇ ਜਾਣਾ ਹੈ। ਤਾਂ ਕਿਉਂ ਇਹ ਮਿੱਟੀ ਇੰਨਾ ਘਮੰਡ ਕਰ ਰਹੀ ਹੈ ਅੱਜ ਦੇ ਸਮੇਂ 'ਚ? ਕਿ ਇਹ ਕਿਸ ਗੱਲ ਦਾ ਘਮੰਡ ਕਰ ਰਹੀ ਹੈ? ਸਾਡੇ ਕੋਲ ਹੈ ਕੀ ਹੈ ਆਪਣਾ? ਇਹ ਸਾਹ ਵੀ ਉਹਦੇ ਅਸੀਂ ਖਰੀਦੇ ਨੇ, ਉਹ ਤੁਹਾਨੂੰ ਦੇ ਰਿਹਾ ਹੈ। ਕਦ ਤੱਕ ਉਹਨੇ ਦਿੱਤੇ ਔਰ ਕਦੋਂ ਲੈ ਲੈਣੇ ਸਾਨੂੰ ਨਹੀਂ ਪਤਾ। ਜਿੰਨੇ ਉਹਨੇ ਦਿੱਤੇ ਅਸੀਂ ਉਹਨੇ ਲੈ ਕੇ ਜਾਵਾਂਗੇ, ਲੇਕਿਨ ਇਹ ਆਪਣੇ ਨਹੀਂ ਹੈ। ਅਸੀਂ ਕਿਸ ਗੱਲ ਦਾ ਘਮੰਡ ਕਰਦੇ ਹਾਂ? ਮੈਂ ਐਕਸਪੀਰੀਅੰਸ ਕੀਤਾ ਇਹਨਾਂ ਪਿਛਲੇ ਮਹੀਨੇ ਐਕਸਪੀਰੀਅੰਸ ਕੀਤਾ ਕਿ ਸਾਹ ਦੀ, ਇੱਕ ਪਰਮੇਸ਼ਵਰ ਦੇ ਦਿੱਤੇ ਸਾਹ ਦੀ ਕਿੰਨੀ ਵੈਲਿਊ ਹੈ ਸਾਡੇ ਜੀਵਨ 'ਚ, ਅਸੀਂ ਸੋਚੀਏ। ਔਰ ਮੈਂ ਇੰਨੀ ਡੈੱਡ ਬੋਡੀਜ਼ ਦੇਖ ਲਈ ਮਹੀਨੇ ਵਿੱਚ ਕਿ ਮੈਂ ਕਦੀ ਡੈੱਡ ਬੋਡੀਜ਼ ਦੇ ਕੋਲੋਂ ਨਹੀਂ ਸੀ ਲੰਘਦੀ ਹੁੰਦੀ। ਕਦੀ ਸਾਡੇ ਘਰਦਿਆਂ ਨੇ ਜਦੋਂ ਕੋਈ ਡੈਥ ਹੋ ਜਾਣੀ, ਉਹਨਾਂ ਨੇ ਕਹਿਣਾ ਅੰਦਰ ਬਹਿ ਜਾਓ, ਤੁਸੀਂ ਨਹੀਂ ਬਾਹਰ ਜਾਣਾ। ਔਰ ਐਸਾ ਸਮਾਂ ਆ ਗਿਆ ਕਿ ਦਿਨ ਰਾਤ ਡੈੱਡ ਬੋਡੀਜ਼ ਦੇਖਣੀਆਂ ਪੈ ਗਈਆਂ। ਔਰ ਮੈਂ ਸੋਚ ਰਹੀ ਸੀ ਪਰਮੇਸ਼ਵਰ ਇੰਨੀ ਮੌਤ, ਇੰਨਾ ਕਹਿਰ ਕਿਉਂ ਹੈ? ਕਿਉਂ ਇੱਕ ਜਵਾਨ, ਕਿਉਂ ਇੱਕ ਬੁੱਢਾ, ਕਿਉਂ ਇੱਕ ਬੱਚਾ ਕਿੱਦਾਂ ਮਰ ਰਿਹਾ ਹੈ ਪ੍ਰਭੂ? ਇਹ ਕੀ ਹੋ ਰਿਹਾ ਦੁਨੀਆ ਤੇ? ਦੁਨੀਆ ਕਿਉਂ ਨਹੀਂ ਅੱਜ ਆਪਣੇ ਪਾਪਾਂ ਦਾ ਇਕਰਾਰ ਕਰਦੀ? ਕਿਉਂ ਨਹੀਂ ਦੁਨੀਆ ਪਰਮੇਸ਼ਵਰ ਤੋਂ ਡਰਦੀ? ਕਿਉਂ ਨਹੀਂ ਗਲਤ ਕੰਮ ਕਰਨ ਤੋਂ ਡਰਦੀ, ਜਦ ਕਿ ਉਹਦਾ ਆਪਣਾ ਇੱਥੇ ਕੁਝ ਵੀ ਨਹੀਂ ਹੈ। ਇਸ ਦੁਨੀਆ ਦੇ ਵਿੱਚ ਅਸੀਂ ਪਰਦੇਸੀ ਹਾਂ। ਇਸ ਦੁਨੀਆ ਦੇ ਵਿੱਚ ਅਸੀਂ ਆਏ ਹਾਂ ਅਤੇ ਜਿੰਨਾ ਸਾਹ ਲਿਖਵਾ ਕੇ ਆਏ ਹਾਂ, ਜਿੰਨੀ ਸਾਡੀ ਉਮਰ ਹੈ, ਜਿੰਨੇ ਪਰਮੇਸ਼ਰ ਨੇ ਸਾਨੂੰ ਜਿੰਦਾ ਰੱਖਣਾ, ਉਹਨੇ ਰੱਖ ਕੇ ਮੁੜ ਕੇ ਅਸੀਂ ਚਲੇ ਜਾਣਾ, ਤਾਂ ਅਸੀਂ ਲੈ ਕੇ ਕੁਝ ਵੀ ਨਹੀਂ ਜਾਣਾ ਨਾਲ। ਉਹਦਾ ਨਾਮ ਜਪਿਆ ਹੀ ਕੰਮ ਆਉਣਾ ਹੈ, ਉਹਨੂੰ ਯਾਦ ਕੀਤਾ ਹੀ ਕੰਮ ਆਉਣਾ ਹੈ। ਸਿਕੰਦਰ ਵੀ ਆਇਆ ਸੀ,
ਖਾਲੀ ਹੱਥ ਗਿਆ। ਜਿਹੜਾ ਕੋਈ ਸੰਸਾਰ 'ਚ ਆਇਆ, ਕੀ ਉਹ ਸੰਸਾਰ ਨੂੰ ਨਾਲ ਲੈ ਕੇ ਗਿਆ? ਸੰਸਾਰ ਦੀਆਂ ਚੀਜ਼ਾਂ ਲੈ ਕੇ ਗਿਆ? ਕੁਝ ਨਹੀਂ ਲੈ ਕੇ ਗਿਆ। ਅੱਜ ਵੀ ਟਾਈਮ ਅਸੀਂ ਤੋਬਾ ਕਰੀਏ, ਅੱਜ ਵੀ ਟਾਈਮ ਅਸੀਂ ਉਸ ਪਰਮੇਸ਼ਰ ਪਰਮਾਤਮਾ ਕੋਲੋਂ ਡਰੀਏ ਔਰ ਪਰਮੇਸ਼ਰ ਨੂੰ ਕਹੀਏ, ਪ੍ਰਭੂ ਸਾਡੇ ਪਾਪਾਂ ਨੂੰ ਮਾफ़ ਕਰ, ਕਿਉਂਕਿ ਅਸੀਂ ਤੇਰੇ ਹੀ ਹਾਂ, ਤੇਰੇ ਹੀ ਬਣਾਏ ਹੋਏ ਹਾਂ। ਔਰ ਜਿਹੜੇ ਲੋਕ, ਕਈ ਲੋਕ ਐਸੇ ਵੀ ਦੁਨੀਆ 'ਚ ਜਿਹੜੇ ਕਹਿੰਦੇ ਪਰਮੇਸ਼ਰ ਹੈ ਹੀ ਨਹੀਂ, ਇੱਥੇ ਹੀ ਇਹ ਸਭ ਕੁਝ, ਜੋ ਤੁਸੀਂ ਕਰੋਗੇ ਭੋਗੋਗੇ, ਆਪਣਾ ਕਮਾਓ ਆਪਣਾ ਖਾਓ। ਜਿਹੜੇ ਕਹਿੰਦੇ ਨੇ ਨਾ ਪਰਮੇਸ਼ਰ ਨਹੀਂ ਹੈ, ਉਹ ਬਾਣੀ ਪੜ੍ਹ ਕੇ ਦੇਖਣ, ਬਾਈਬਲ ਪੜ੍ਹ ਕੇ ਦੇਖਣ, ਤੁਹਾਨੂੰ ਪਤਾ ਲੱਗੇਗਾ ਪਰਮੇਸ਼ਰ ਖੁਦ ਬ ਖੁਦ ਗੱਲਾਂ ਕਰ ਰਿਹਾ। ਉਹ ਆਪ ਕਹਿ ਰਿਹਾ ਕਿ ਮੈਂ ਅਸਮਾਨ ਬਣਾਇਆ, ਮੈਂ ਜ਼ਮੀਨ ਬਣਾਈ, ਮੈਂ ਇਨਸਾਨ ਬਣਾਇਆ। ਉਹਦੇ ਹੱਥਾਂ ਵਿੱਚ ਸਭ ਕੁਝ ਹੈ। ਮੌਤ ਅਤੇ ਪਤਾਲ ਦੀਆਂ ਕੁੰਜੀਆਂ ਵੀ, ਚਾਬੀਆਂ ਵੀ ਉਹਦੇ ਹੱਥ ਵਿੱਚ ਹੈ। ਤੁਸੀਂ ਕੁਝ ਨਹੀਂ ਕਰ ਸਕਦੇ, ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਕੁਝ ਵੀ ਨਹੀਂ ਕਰ ਸਕਦੇ। ਜੇ ਉਹ ਨਾ ਸਵਾਸ ਦੇਵੇ, ਜੇ ਉਹ ਨਾ ਦਿਨ ਦਿਖਾਵੇ, ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਵਚਨ ਪੜ੍ਹਾਂਗੇ ਅਸੀਂ, ਭਜਨ ਸਾਹਿਤਾ ਅਸੀਂ ਚੱਲਦੇ ਪਏ ਸੀ ਭਜਨ ਸਾਹਿਤਾ ਦੇ ਵਿੱਚ, ਭਜਨ ਸਾਹਿਤਾ ਹੀ ਪੜ੍ਹਾਂਗੇ। ਭਜਨ ਸਾਹਿਤਾ 104 ਉਹਦੀ 29 'ਚ ਦੇਖੀਏ ਕੀ ਲਿਖਿਆ। ਆਪਣੀ ਬਾਈਬਲਸ ਨੂੰ, ਆਪਣੇ ਧਰਮ ਸ਼ਾਸਤਰ ਨੂੰ, ਆਪਣੀ ਪਵਿੱਤਰ ਵਚਨਾਂ ਨੂੰ ਖੋਲ੍ਹ ਕੇ ਦੇਖੋ, ਆਪਣੇ ਆਪ ਪੜ੍ਹ ਕੇ ਦੇਖੋ, ਤੁਹਾਨੂੰ ਕੀ ਫੀਲਿੰਗ, ਕੀ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਕਰਦਾ ਹੈ। 104 ਭਜਨ ਸਾਹਿਤਾ ਉਹਦੀ 29 ਦੇ ਵਿੱਚ ਲਿਖਿਆ ਹੈ, तू मुख फेर लेता है और वह घबरा जाते हैं, तू उनकी सांस ले लेता है और उनके प्राण छूट जाते हैं और मिट्टी में फिर मिल जाते हैं। ये बाणी कह रही है, ये परमेश्वर दा वचन सच्चा, जो ने आप इस नूं महत्ता दित्ती बहुत ज़्यादा अपने वचन नूं, वो लिख रहा है। परमेश्वर ने इत्थे क्या है, इत्थे ਬਾਣੀ 'ਚ ਲਿਖਿਆ ਏ, ਭਜਨਕਾਰ ਲਿਖਦਾ ਪਿਆ, ਕਹਿੰਦਾ ਪਰਮੇਸ਼ਵਰ ਜਦੋਂ ਤੂੰ ਮੂੰਹ ਫੇਰ ਲੈਣਾ ਹੈ ਨਾ ਆਦਮੀ ਤੋਂ, ਜਦੋਂ ਤੂੰ ਮੂੰਹ ਫੇਰ ਲੈਣਾ ਕਿਸੇ ਇਨਸਾਨ ਕੋਲੋਂ, ਪ੍ਰਾਣੀ ਕੋਲੋਂ, ਤੇ ਉਹ ਘਬਰਾ ਜਾਂਦੇ ਨੇ। ਕਿਉਂ? ਉਹ ਦੁੱਖਾਂ ਵਿੱਚ, ਮੁਸੀਬਤਾਂ ਵਿੱਚ ਆ ਜਾਂਦੇ ਨੇ। ਤੂੰ ਉਨਕੀ ਸਾਂਸ ਲੈ ਲੈਤਾ ਹੈ, ਤੂੰ ਉਹਨਾਂ ਦੇ ਸਵਾਸ ਜਿਹੜੇ ਉਹ ਲੈ ਲੈਣਾ, ਔਰ ਉਨਕੇ ਪ੍ਰਾਣ ਕੀ ਹੋ ਜਾਂਦੇ, ਛੂਟ ਜਾते हैं। बाणी कहती पी, तू मुख फेर लेता है और वह घबरा जाते हैं, तू उनकी सांस ले लेता है और उनके प्राण छूट जाते हैं। जदों परमेश्वर साह लै लैंदा है तो आदमी दे प्राण छुट जाते हैं और फिर मिट्टी में मिल जाते हैं। तो आदमी फिर की हो जाता है, मिट्टी 'च मिल जाता है। मिट्टी का बनया, मिट्टी 'च ही मिल जाना। तो असीं घमंड किसी गल का ना करिए। अज उस परमात्मा कोलों डरिए, परमेश्वर कोलों डरिए, परमेश्वर नूं याद रखिए। परमेश्वर अगे लिखा, फिर तू अपनी ओर से सांस भेजता है और वह सिरजे जाते हैं और तू धरती को नया कर देता है। जदों इंसान पैदा हुंदा, बच्चा पैदा हुंदा, कोई जीव पैदा हुंदा, तो परमेश्वर अपनी ओर तो उन्होंने की करता, सांस भेजता है, तां ही वो जीवित प्राणी बनता है। एक अख अपाहिज लोग इस धरती ते रह रहे होणगे, एक अख तो बिना, गूंगे बोले लंगड़े रह रहे होणगे, लेकिन सवास तो बिना कौन रह सकता है? ब्रीथ, सांस जड़ी परमेश्वर ने सानू साह दिते ने, उहदे तो बिना कौन रह सकता? कोई नहीं। ये बहुत वैल्यूएबल चीज़ है जो परमेश्वर सानू दिंदा पिया, और असीं इसकी कदर नूं करिए। और परमेश्वर दा रोज़ होर किसी गल दा नहीं, बल्कि इस गल दा तां धन्नवाद करिए कि तू जिंदा रखिया। वो चाहे कद भी लै सकता है। जदों सांस ले लैंदा है तो प्राणी की हो जाता, छुट जाता। अगे देखिए परमेश्वर की कहता, यशाया कढ़िए सी, यशाया उसकी 42 चैप्टर की 5 ऐत दे विच लिखिया है, परमेश्वर जो आकाश को सिरजने और तानने वाला है, जो उपज सहित पृथ्वी का फैलाने वाला और उस पर के लोगों को सांस और उस पर के चलने वालों को आत्मा देने वाला यहोवा है। बाणी साफ कहती है कि आत्मा ते सांस सानू परमेश्वर ने दिते है। इस पृथ्वी नू बनाण वाला, रचाण वाला परमेश्वर है। खड़ा करन वाला,
परमेश्वर है। ये सारी दुनिया नू बचाने वाला परमेश्वर है। परमेश्वर के वचनों नू जदों असीं पढ़ते हैं तो असीं सच्चाई नू जानते हैं। तो बाणी च लिखिया सच्चाई नू जानो तो सच्चाई तुहानू आज़ाद करेगी। परमेश्वर नू असीं जाणीए पहचानीए। जिहड़े लोग अज तोबा नहीं कीती, जिन्हां ने जिहड़े अपने आप दे विच ने, मैं दे विच ने, हंकार विच ने, वो तोबा कर लैन, वो छड्ड देन और अपने आप नू हलीम करके परमेश्वर दे कोल आ जाओ। क्योंकि दिन बहुत बुरे ने इस दुनिया दे विच। अगर तुसी चाहते हो कि असी सही लाइफ जीए, परमेश्वर दे कोल आ जाओ। बीमारियों तो छुट जाइए, शराबां तो छुट जाइए, पापां तो छुट जाइए। बहुत लोग ने जो बीमार ने और बहुत लोग ने, गूगल खोल के देखो, जो दिन दे विच मर रहे ने, कोई किसी बीमारी ना, कोई किसी तरीके नाल। और बहुत लोग ने जो परेशान ने। जब असीं मिलनीए ना किसी नूं, अगला अपना दुख दसदा तो असीं सोचदे हैं किन्ना व्यक्ति परेशान है, क्यों नहीं ये परमेश्वर ते विश्वास करदा और मंगदा और अपने पापां तो तोबा करके बरकत नूं हासिल करदा। कहंदा मंग मैं तैनूं दिन्ना, मांग के देख, मांगोगे तो तुम्हें मिलेगा, ढूंढोगे तो तुम पाओगे, खटखटाओगे तो तुम्हारे लिए खोला जाएगा। बट असी ट्राई तो करिए। क्यों असी अपने मैं ईगो विच रहने आ कि वो इदां है, वो इदां है, मैं ये नहीं करूँगा, मैं वो नहीं करूँगा। बहुत सारे लोग मैनू मिले ਜਿਹੜੇ ਕਹਿੰਦੇ ਸੀਗੇ कि असी अज इन्ने बीमार हाँ, तो जे सानू कोई कहे कि सानू चर्च लै जाओ ਜਾਂ दवा कर दो, असी तैयार हाँ, रैडी हाँ, घर जाके असी आपे देख लांगे की करना, इत्थे असी चंगे हो जावांगे। की तुसी परमेश्वर नू खरीदना चाहते हो? जे उन्हें चंगा करना है तो चंगा करने वाला परमेश्वर है, चंगा जरूर करेगा। विश्वास करके देखिए, उन्होंने लुटिए ना कि तू चंगाई दे दे, असी चले जावांगे घर जाके, असी देखांगे की करना। चोरी चोरी असी अज इत्थे परमेश्वर कोलों बरकत लै लैने, चोरी चोरी अज असी शिफा लै लैने आ। वो सब जानदा है, वो दिलों नूं जानदा है, वो भी देख के देखदा है हर इंसान नूं। असी तां बाहरी रूप देखदे हां, वो अंदरले मन नूं पढ़दा है कि इस दे मन विच की चलदा है। परमेश्वर तुहानूं एक एक नूं जानदा है। परमेश्वर तुहाडी परख भी लैंदा है। कदी ना कहिए कि परमेश्वर साडे ते दुख क्यों आए। तुसी ये कहो, दुखां दे विच आनंद माणना बहुत जरूरी है। कि परमेश्वर ने दुख नहीं सहा, कि उसके दासां ने दुख नहीं सहा, कि बाणी दे विच तुहानूं इहो जिहे अदास नहीं लभदे जिन्हां ने साडे नाल भी वध दुख सहा, फिर भी वो परमेश्वर च अड़े और खड़े रहे। दानियल नूं शेरां दे जदों अगे सिੱਟੇ गए, की उहदे लई छोटी विपता सीगी? नहीं, फिर भी वो अड़े ते खड़े रहे। अज असी अड़े ते खड़े रहिए, उसकी वैल्यू नूं जाणीए जो सानू दिंदा है, उसकी कदर नूं करिए, उसका धन्नवाद करिए, उसनूं पुकारिए और अपनी मैं नूं छड्डिए, हंकार नूं छड्डिए, अपनी ईगो नूं छड्डिए, अपनी गलती गुनाह पापां नूं छड्डिए और उसका धन्नवाद करिए। उसनूं सब कुछ दईए, उसका ही है सब कुछ। असी कुछ नहीं नाल लैके जाना। कुछ भी तुसी बना लो, सोच लो, कर लो, जोड़ लो, नहीं, उसका नाम ही नाल जाएगा और उस जो असी कर्म कीते हैं। परमेश्वर हर एक नूं आशीष देना चाहता है, क्योंकि उन्हें तुहानूं अपने हत्थां नाल बनाया। वो तुहानूं प्यार करता है, वो तुहानूं प्यार करता है। बट असी उसनूं भी प्यार करिए, उसके बदले वो सानूं बरकत दिंदा है। जदों असी उसनूं पुकारदे हां, उसका धन्नवाद करदे हां, वो भी खुश हुंदा। उन्हें इंसान नूं इसलिए बनाया कि इंसान मेरी महिमा करे। इंसान अज किस दी महिमा कर रहा? मोबाइल दी महिमा कर रहा। सारा दिन स्क्रोल कर रहा, की उपर थले फेसबुक व्हाट्सअप जिन्ने ज़्यादा ऐप है। टिकटॉक बैन होया, वैरी गुड। पबजी बैन होया, वैरी गुड। हुण होर पता नहीं की चलना, लोगों ने वो भी चलाना, बट मुड़ना नहीं और सोचना नहीं ये क्यों हो रहा है। अज समा ऐसा आ गया है, अज नौजवान नशे दे विच इन्ना हो गया है कि अपने घर अपनी बीवी नूं मार रहा है जानो। वो बीवी नूं जिन्ने ओहदा साथ देना सारी उम्र,
ਔਰ ਜਿਹਨੂੰ ਪਰਮੇਸ਼ਰ ਨੇ ਸਹਾਇਕ ਬਣਾ ਕੇ ਤੁਹਾਡੀ ਲਾਈਫ 'ਚ ਭੇਜਿਆ, ਬਾਪ ਬੇਟੇ ਦਾ ਨਹੀਂ ਰਹਿ ਗਿਆ, ਬੇਟੀ ਮਾਂ ਦੀ ਨਹੀਂ ਰਹਿ ਗਈ। ਅੱਜ ਇੰਨੇ ਕਤਲ ਹੋ ਰਹੇ ਹੈ, ਇੱਕ ਦੂਸਰੇ ਨੂੰ ਮਾਰ ਰਹੇ ਹੈ। ਕਿਸ ਤਰ੍ਹਾਂ ਮਾਰ ਰਹੇ ਹੈ, ਕਿਸ ਤਰ੍ਹਾਂ ਦਿਲ ਉਹਨਾਂ ਦਾ ਇੰਨਾ ਸਟਰੋਂਗ, ਇੰਨਾ ਮਜ਼ਬੂਤ ਕਿੱਦਾਂ ਕਿ ਕਿਸੇ ਦਾ ਕਤਲ ਕਰ ਰਹੇ ਹੈ। ਔਰ ਦੇਖੋ ਕਿੰਨਾ ਸ਼ੈਤਾਨ ਦਾ ਕੰਮ ਹੋ ਰਿਹਾ। ਔਰ ਡਰੀਏ ਅਸੀਂ ਪਰਮੇਸ਼ਰ ਤੋਂ। ਔਰ ਕੈਸਾ ਟਾਈਮ ਆ ਗਿਆ, ਕਰੋਨਾ ਨੇ ਇੰਨੀ ਦੁਨੀਆ ਤਬਾਹ ਕਰ ਦਿੱਤੀ। ਬਹੁਤ ਸਾਰੇ ਲੋਕ ਹਸਪੀਟਲ 'ਚ ਮੈਂ ਦੇਖੇ ਜਿਨ੍ਹਾਂ ਨੂੰ ਕਰੋਨਾ ਨਹੀਂ ਸੀ, ਬਟ ਉਹਨਾਂ ਨੂੰ ਕਰੋਨਾ ਪੋਜ਼ੀਟਿਵ ਕਰਕੇ, ਘੋਸ਼ਿਤ ਕਰਕੇ ਉਹਨਾਂ ਦੀ ਬਿਮਾਰੀ ਦਾ ਇਲਾਜ ਨਹੀਂ ਕੀਤਾ, ਐਂਟੀਬਾਇਓਟਿਕ ਲਗਾ ਲਗਾ ਕੇ ਉਹਨਾਂ ਨੂੰ ਮਾਰ ਦਿੱਤਾ। ਇਹ ਮੈਂ ਆਪਣੀ ਅੱਖੀਂ ਦੇਖਿਆ ਹੈ। ਜਿਹਨੂੰ ਨਹੀਂ ਵੀ ਕਰੋਨਾ, ਉਹਨੂੰ ਕਰੋਨਾ ਘੋਸ਼ਿਤ ਕਰਕੇ ਮਾਰ ਦਿੱਤਾ ਹੈ। ਅੱਜ ਐਸਾ ਸਮਾਂ ਆ ਗਿਆ। ਔਰ ਉਹ ਕਹਿੰਦਾ ਮੈਂ ਤੈਨੂੰ ਦੁੱਖਾਂ ਤੋਂ ਛਡਾਉਣ ਦੀ ਤਾਕਤ ਰੱਖਦਾ। ਫਿਰ ਕਿਉਂ ਨਹੀਂ ਅਸੀਂ ਉਸ ਤੇ ਭਰੋਸਾ ਰੱਖਦੇ? ਅੱਜ ਜੇ ਦੁੱਖ ਆਏ ਨੇ ਤਾਂ ਸਾਨੂੰ ਸਟਰੋਂਗ ਕਰਨ ਦੇ ਲਈ ਬਾਣੀ 'ਚ ਲਿਖਿਆ ਹਰ ਇੱਕ ਗੱਲ ਦਾ ਸਮਾਂ, ਹੱਸਣ ਦਾ ਸਮਾਂ, ਰੋਣ ਦਾ ਸਮਾਂ, ਮੌਤ ਦਾ ਸਮਾਂ, ਜੀਵਨ ਦਾ ਸਮਾਂ। ਜੋ ਇਸ ਧਰਤੀ ਤੇ ਆਏ ਹੈ ਉਹ ਆਪਣੀ ਜ਼ਿੰਦਗੀ, ਆਪਣੇ ਸਾਹ ਜਿੰਨੇ ਪਰਮੇਸ਼ਰ ਨੇ ਉਹਨੂੰ ਦਿੱਤੇ ਭੋਗ ਕੇ ਜ਼ਰੂਰ ਜਾਏਗਾ। ਇਹ ਜ਼ਿੰਦਗੀ ਪਰਮੇਸ਼ਵਰ ਦੀ ਹੈ, ਉਹ ਕਦ ਵੀ ਲੈ ਸਕਦਾ ਹੈ। ਅਸੀਂ ਉਸ ਤੋਂ ਡਰੀਏ। ਸੰਸਾਰ ਦੀ ਚਿੰਤਾ ਨਾ ਕਰੋ। ਲੋਕ ਅੱਜ ਤੁਹਾਨੂੰ ਇੱਕ ਗੱਲ ਕਹਿਣਗੇ, ਕੱਲ ਨੂੰ ਦੂਜੀ ਗੱਲ ਕਹਿਣਗੇ, ਕਿਉਂਕਿ ਲੋਕ ਗੱਲਾਂ ਕਰਨੋਂ ਨਹੀਂ ਹਟਦੇ। ਉਹਨਾਂ ਦੇ ਹਰ ਇੱਕ ਦਾ ਆਪਣਾ ਆਪਣਾ ਮੂੰਹ, ਹਰ ਇੱਕ ਆਪਣਾ ਵਿਚਾਰ ਦੱਸੇਗਾ, ਹਰ ਇੱਕ ਆਪਣੀ ਗੱਲ ਕਰੇਗਾ। ਲੇਕਿਨ ਤੁਸੀਂ ਕੀ ਸੋਚਦੇ ਹੋ ਔਰ ਆਪਣੀ ਲਾਈਫ 'ਚ ਕੀ ਕਰਨਾ ਹੈ ਔਰ ਕੀ ਕਰਦੇ ਹੋ, ਤੁਸੀਂ ਦੇਖਣਾ ਹੈ। ਲੋਕਾਂ ਤੋਂ ਨਾ ਡਰੋ ਕਿ ਲੋਕ ਕੀ ਕਹਿਣਗੇ। ਸਭ ਤੋਂ ਵੱਡਾ ਰੋਗ ਤੇ ਇਹੀ ਹੈ ਕਿ ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ। ਪਰਮੇਸ਼ਰ ਨੂੰ ਦੇਖੀਏ, ਪਰਮੇਸ਼ਰ ਕੀ ਕਹੇਗਾ ਮੇਰੇ ਬਾਰੇ। ਜਦੋਂ ਨਿਆਂ ਆਉਣਾ, ਪਰਮੇਸ਼ਰ ਨੇ ਮੈਨੂੰ ਪੁੱਛਣਾ ਤੂੰ ਇਹ ਕੰਮ ਕਿਉਂ ਕੀਤਾ, ਤੂੰ ਮੈਨੂੰ ਜਾਣਦਾ ਨਹੀਂ ਸੀ। ਪਰਮੇਸ਼ਰ ਤੋਂ ਡਰੀਏ। ਲੋਕ ਅੱਜ ਤੁਹਾਡੇ ਨਾਲ ਹੈ, ਕੱਲ ਤੁਹਾਡੇ ਨਾਲ ਨਹੀਂ ਹੈ। ਕਿਉਂ ਨਾ ਉਸ ਤੋਂ ਡਰੀਏ, ਉਸ ਤੋਂ ਉਹਨੂੰ ਮੰਨੀਏ, ਉਹਨੂੰ ਧਿਆਈਏ ਜਿਹੜਾ ਸਾਰੀ ਜ਼ਿੰਦਗੀ ਕਹਿੰਦਾ ਨਾ ਮੈਂ ਕਦੀ ਤੈਨੂੰ ਛੱਡਾਂਗਾ, ਨਾ ਮੈਂ ਕਦੀ ਤੈਨੂੰ ਤਿਆਗਾਂਗਾ। ਅਸੀਂ ਪਰਮੇਸ਼ਰ ਦੇ ਕਿਉਂ ਨਹੀਂ ਹੋ ਜਾਂਦੇ? ਕਿਉਂ ਨਹੀਂ ਆਪਣੀ, ਜਿਨ੍ਹਾਂ ਦੀ ਲਗਨ ਪਰਮੇਸ਼ਰ ਦੇ ਨਾਲ ਲੱਗ ਜਾਂਦੀ ਹੈ, ਉਹਦੀ ਲਾਈਫ 'ਚ ਕੁਝ ਵੀ ਹੋਵੇ, ਕੁਝ ਵੀ ਉਹਦੀ ਲਾਈਫ 'ਚ ਕਿਹੋ ਜਿਹੇ ਹਾਲਾਤ ਕਿਉਂ ਨਾ ਹੋਣ, ਕਿਹੋ ਜਿਹੀਆਂ ਪ੍ਰਸਥਿਤੀਆਂ ਕਿਉਂ ਨਾ ਹੋਣ, ਉਹ ਅਟਲ ਖੜਾ ਰਹੇਗਾ ਔਰ ਕਹੇਗਾ ਪਰਮੇਸ਼ਰ ਇਹ ਤੇਰੀ ਇੱਛਾ ਮਰਜ਼ੀ ਹੈ ਮੇਰੀ ਜ਼ਿੰਦਗੀ 'ਚ ਪੂਰੀ ਹੋਵੇ। ਜੋ ਤੂੰ ਚਾਹੁੰਦਾ, ਤੇਰੀਆਂ ਸਾਰੀਆਂ ਗੱਲਾਂ ਮੇਰੇ ਲਈ ਮਿਲ ਕੇ ਭਲਾਈ ਪੈਦਾ ਕਰਦੀਆਂ। ਕਿਉਂਕਿ ਉਹਨੂੰ ਕਿਸੇ ਨਾਲ ਨਹੀਂ, ਉਹਦੀ ਲਗਨ ਉਹਦੇ ਨਾਲ ਲੱਗੀ, ਉਹਦਾ ਗਿਆਨ ਪਰਮੇਸ਼ਰ ਉਹਨੂੰ ਆਪ ਦਿੰਦਾ। ਉਹਨੂੰ ਕੋਈ ਕਿਸੇ ਚੀਜ਼ ਨਾਲ ਨਹੀਂ ਮਤਲਬ, ਉਹਨੂੰ ਸਿਰਫ ਆਪਣੇ ਪਰਮੇਸ਼ਰ ਨਾਲ। ਕਿਉਂ? ਉਹ ਉਹਦੇ ਰੰਗ ਵਿੱਚ ਰੰਗਿਆ ਗਿਆ। ਅੱਜ ਆਪਣੇ ਆਪ ਨੂੰ ਅਸੀਂ ਤਿਆਰ ਕਰੀਏ। ਅੱਜ ਅਸੀਂ ਆਪਣੇ ਆਪ ਨੂੰ ਸੋਚੀਏ, ਕਦੀ ਬੈਠ ਕੇ ਸੋਚੀਏ ਕਿ ਪਰਮੇਸ਼ਰ, ਮੇਰੇ ਤੋਂ ਵੱਡੇ ਲੋਕ ਹੋਣਗੇ, ਬਜ਼ੁਰਗ ਲੋਕ ਹੋਣਗੇ, ਬਹੁਤ ਲਾਈਫ 'ਚ ਉਹਨਾਂ ਦੇ ਐਕਸਪੀਰੀਅੰਸ ਹੋਣਗੇ, ਬਹੁਤ ਕੁਝ ਦੇਖਿਆ ਹੋਣਾ ਉਹਨਾਂ ਨੇ, ਪਰ ਸੋਚੋ ਉਦੋਂ ਮੈਂ ਕੀ ਸੀ, ਅੱਜ ਮੈਂ ਕੀ ਹਾਂ। ਅੱਜ ਤੋਂ 15 ਸਾਲ ਪਹਿਲਾਂ ਮੈਂ ਕੀ ਸੀ, 10 ਸਾਲ ਪਹਿਲਾਂ ਮੈਂ ਕੀ ਸੀ, ਅੱਜ ਮੈਂ ਕੀ ਹਾਂ ਔਰ ਮੈਂ ਕਿੱਥੇ ਖੜਾ ਹਾਂ। ਮੈਂ ਵਧਿਆ ਕਿ ਘਟਿਆ? ਜੇ ਉਦੋਂ ਨਹੀਂ ਸੀ ਮੰਨਿਆ, ਅੱਜ ਮੰਨ ਕੇ ਦੇਖੀਏ। ਜੇ ਉਦੋਂ ਨਹੀਂ ਸੀ ਢਲਿਆ, ਅੱਜ ਢਲ ਕੇ ਦੇਖੀਏ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣਾ ਚਾਹੁੰਦਾ ਹੈ, ਪਰ ਉਹ ਤਿਆਰ ਬੈਠਾ ਹੈ। ਉਹ ਕਹਿੰਦਾ ਮੈਂ ਤਿਆਰ ਹਾਂ, ਮੰਗ ਕੇ ਦੇਖ। ਬਟ ਅਸੀਂ ਸਾਫ਼ ਦਿਲ 'ਚ ਉਹਦੇ ਕੋਲ ਨਹੀਂ ਜਾਂਦੇ, ਬਹੁਤ ਪਾਪ ਕਰਦੇ ਹਾਂ। ਪਰਮੇਸ਼ਰ ਪਾਪਾਂ ਤੋਂ ਘ੍ਰਿਣਾ ਕਰਦਾ ਹੈ, ਪਾਪੀਆਂ ਤੋਂ ਨਹੀਂ, ਉਹ ਪਾਪਾਂ ਤੋਂ ਘ੍ਰਿਣਾ ਕਰਦਾ ਹੈ। ਜਿਹੜੇ ਲੋਕ ਪਾਪ ਕਰਦੇ ਨੇ ਉਹ ਘ੍ਰਿਣਾ ਕਰਦਾ ਹੈ। ਇਸ ਲਈ ਬਚੋ, ਡਰੋ, ਪਰਮੇਸ਼ਰ ਤੋਂ ਡਰੋ ਔਰ ਪ੍ਰਾਰਥਨਾ ਕਰੋ ਕਿ ਇਹ ਸਾਲ ਖਤਮ ਹੋਣ ਦੇ ਲਈ ਜਾ ਰਿਹਾ ਹੈ। ਪਰਮੇਸ਼ਰ ਇਸ ਸਾਲ ਦੇ ਅੰਤ 'ਚ ਸਾਨੂੰ ਬਰਕਤ ਦੇਈ ਔਰ ਨਵਾਂ ਸਾਲ
ਸਹੀ ਚੜੇ ਸਾਡੀ ਜ਼ਿੰਦਗੀ 'ਚ, ਵਧੀਆ ਹੋਏ, ਖੁਸ਼ੀਆਂ ਵਾਲਾ ਹੋਵੇ। ਜੋ ਸਾਨੂੰ ਨਹੀਂ ਮਿਲਿਆ ਉਹ ਤੂੰ ਦਈ, ਜੋ ਮੈਂ ਤੇਰੇ ਲਈ ਨਹੀਂ ਕਰ ਸਕਿਆ ਮੈਂ ਆਉਣ ਵਾਲੇ ਦਿਨਾਂ 'ਚ ਕਰ ਸਕਾਂ। ਮੈਂ ਆਪਣੇ ਪਾਪਾਂ ਦੀ ਮਾਫੀ ਮੰਗਦਾ। ਪਰਮੇਸ਼ਵਰ ਤੋਂ ਡਰੋ। ਅੱਜ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਇਸ ਵੀਡੀਓ ਰਾਹੀਂ ਕਿ ਪਰਮੇਸ਼ਵਰ ਤੋਂ ਬਿਨਾਂ ਤੁਹਾਨੂੰ ਕੋਈ ਸਵਾਸ ਨਹੀਂ ਦੇ ਸਕਦਾ, ਕੋਈ ਤੁਹਾਡੀ ਪ੍ਰਾਰਥਨਾ ਨਹੀਂ ਸੁਣ ਸਕਦਾ, ਕੋਈ ਤੁਹਾਨੂੰ ਬਚਾ ਨਹੀਂ ਸਕਦਾ ਅਗਰ ਉਹ ਨਾ ਬਚਾਵੇ। ਤੇ ਹਿਜਕੀਆਂ ਨੂੰ ਉਹਨੇ 15 ਸਾਲ ਉਮਰ ਵਧਾ ਦਿੱਤੀ ਸੀ, ਬਾਣੀ 'ਚ ਲਿਖਿਆ ਹੈ, ਕਿਉਂਕਿ ਹਿਜਕੀਆ ਖਰਾਈ ਨਾਲ ਚੱਲਿਆ ਔਰ ਉਹਨੇ ਕਿਹਾ ਪਰਮੇਸ਼ਵਰ ਮੈਂ ਤਾਂ ਖਰਾਈ 'ਚ ਚੱਲਦਾ, ਸ਼ੁੱਧ ਚੱਲਦਾ। ਤਾਂ ਪਰਮੇਸ਼ਵਰ ਨੇ ਕਿਹਾ ਜਾ 15 ਸਾਲ ਹੋਰ ਤੇਰੇ ਮੈਂ ਵਧਾ ਦਿੱਤੇ। ਕਿੰਨੇ ਵਧਾਏ? ਪਰਮੇਸ਼ਵਰ ਨੇ ਵਧਾਏ। ਉਹ ਸਭ ਕੁਝ ਕਰ ਸਕਦਾ, ਉਹਦੇ ਹੱਥ ਵਿੱਚ ਸਭ ਕੁਝ ਹੈ। ਉਸ ਤੋਂ ਡਰੀਏ ਔਰ ਉਸ ਨੂੰ ਪੁਕਾਰੀਏ। ਹਜੇ ਵੀ ਸਮਾਂ, ਮੁੜ ਜਾਈਏ ਆਪਣੇ ਬੁਰੇ ਕੰਮਾਂ ਤੋਂ, ਮੁੜ ਜਾਈਏ। ਆइए ਅਸੀਂ ਛੋਟੀ ਜੀ ਪ੍ਰਾर्थना ਕਰਾਂਗੇ। ਮਹਾਨ ਸਰਵਸ਼ਕਤੀਮਾਨ ਪਿਤਾ ਜੀ ਤੇਰਾ ਧੰਨਵਾਦ ਕਰਦੇ ਪਿਤਾ, सचमुच तू आदर दे योग्य है पिता। तेरे जैसा कोई नहीं, तेरे जैसा कोई नहीं है। तू सिरजनहार है प्रभु, तू ही सानू बनाया और तू सानू चला रहा पिता जी। तेरा धन्नवाद करदी पिता, इन्हां साहां दे लई तेरा धन्नवाद, इस जिंदगी दे लई तेरा धन्नवाद, हर एक चीज़ जो तू प्रोवाइड करदा तेरा धन्नवाद पिता। तेरी तारीफ करदे आने वाले समय में सानू प्रभु संभाल के रखी। ਜਿਹੜੇ ਲੋग पिता सुन रहे ने पिता जी, इन्हां नू बरकत दे पिता जी। तेरी इच्छा मर्जी इन्हां दी जिंदगी च पूरी होने पाए। दुखां दे विच तू इन्हां दा सहारा बनी पिता। जिस तरह तू मैनू तसल्ली दिंदा आया, शांति दिंदा आया, इन्हां नू भी दे पिता। तेरा धन्नवाद करदे पिता, यीशु नाम च मंगदे, आमीन। गॉड ब्लेस यू।